Good morning, students. बेटा माई सेल्फ संदीप ਆਪਾਂ ਬੇਟਾ ਫਸਟ ਚੈਪਟਰ ਕਰ ਰਹੇ ਹਾਂ 10+1 ਦਾ ਕੈਮਿਸਟਰੀ ਦਾ ਸਮ ਬੇਸਿਕ ਕਨਸੈਪਟਸ ਆਫ ਕੈਮਿਸਟਰੀ। ਔਰ ਉਹਦੇ ਵਿੱਚ ਜੋ ਆਪਾਂ ਕੱਲ੍ਹ ਟੌਪਿਕ ਪੜ੍ਹਿਆ ਸੀ ਦੈਟ ਵਾਜ਼ ਲਾਜ਼ ਆਫ ਕੈਮੀਕਲ ਕੰਬੀਨੇਸ਼ਨ। ਔਰ ਜੋ ਸਾਡਾ ਅੱਜ ਦਾ ਟੌਪਿਕ ਹੈ ਦੈਟ ਇਜ਼ ਡਾਲਟਨਸ ਐਟੋਮਿਕ ਥਿਊਰੀ। ਤੁਸੀਂ ਬੇਟਾ ਜੋ ਸ਼ਾਰਟ ਕਲਾਸਿਸ ਹੈ 9 ਦੇ ਵਿੱਚ ਵੀ ਤੁਸੀਂ ਪੜ੍ਹਿਆ ਹੈ ਜੋ ਡਾਲਟਨ ਐਟੋਮਿਕ ਥਿਊਰੀ। ਚਲੋ ਅੱਜ ਆਪਾਂ ਇਹਨੂੰ ਰਿਪੀਟ ਕਰ ਰਹੇ ਹਾਂ ਕਿ ਡਾਲਟਨ ਇੱਕ ਸਾਇੰਟਿਸਟ ਹੋਏ ਆ, ਆਪਾਂ ਉਹਨਾਂ ਨੂੰ ਫਾਦਰ ਆਫ ਕੈਮਿਸਟਰੀ ਵੀ ਕਹਿ ਦਿੰਦੇ ਹਾਂ। ਓਕੇ, ਉਹਨਾਂ ਨੇ ਜੋ ਐਟਮਸ ਹੈ ਮਿਲਦੇ ਆ, ਮੋਲੀਕਿਊਲ ਬਣਦਾ, ਕੰਪਾਊਂਡ ਬਣਦਾ, ਉਹਦੇ ਲਈ ਇੱਕ ਥਿਊਰੀ ਦਿੱਤੀ ਸੀ ਦੈਟ ਇਜ਼ ਨੋਨ ਐਜ਼ ਡਾਲਟਨ ਐਟੋਮਿਕ ਥਿਊਰੀ। 1808 ਦੇ ਵਿੱਚ ਉਹਨਾਂ ਨੇ ਥਿਊਰੀ ਦਿੱਤੀ ਸੀ। ਉਹਦੇ ਜੋ ਮੇਨ ਪੋਸਟੂਲੇਟਸ ਹੈ ਜੋ ਤੁਸੀਂ ਬੇਟਾ ਲਰਨ ਕਰਨੇ ਆ ਪ੍ਰੋਪਰ, ਉਹ ਇਸ ਥਿਊਰੀ ਦੇ ਵਿੱਚ ਇਹ ਗਿਵਨ ਹੈ। ਮੈਂ ਤੁਹਾਨੂੰ ਆਪਣੇ ਫੋਨ ਦੀ ਸਕਰੀਨ ਸ਼ੇਅਰ ਕਰਕੇ ਉਹਦੇ ਵਿੱਚੋਂ ਇਹ ਤੁਹਾਨੂੰ ਪੁਆਇੰਟ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ। ਫਸਟ ਪੁਆਇੰਟ ਇਜ਼ ਮੈਟਰ ਬਾਰੇ ਆਪਾਂ ਪੜ੍ਹ ਚੁੱਕੇ ਹਾਂ ਬੇਟਾ। ਓਕੇ, ਐਨੀਥਿੰਗ ਦੈਟ ਹੈਜ਼ ਸਪੇਸ, ਓਕੇ, ਦੈਟ ਆਕੂਪਾਈ ਸਪੇਸ ਐਂਡ ਹੈਜ਼ ਮਾਸ, ਦੈਟ ਇਜ਼ ਮੈਟਰ। ਓਕੇ, ਸੋ ਜੋ ਮੈਟਰ ਹੈ, ਵਾਟ ਇਜ਼ ਮੈਟਰ, ਡੈਫੀਨੇਸ਼ਨ ਆਪਾਂ ਕਰ ਚੁੱਕੇ ਹਾਂ ਅਕੋਰਡਿੰਗ ਟੂ ਫਸਟ ਪੋਸਟੂਲੇਟਸ ਆਫ ਡਾਲਟਨ कि matter is made up of atoms which are extremely small particles and cannot be subdivided. Okay, so ਕੀ ਕਿਹਾ ਸੀ ਡਾਲਟਨ ਨੇ ਕਿ ਜਿਹੜੇ ਐਟਮਸ ਹੈ ਉਹ ਬਹੁਤ ਜ਼ਿਆਦਾ ਸਮੋਲ ਪਾਰਟੀਕਲਸ ਹੈ। ਓਕੇ, ਔਰ ਉਹਨਾਂ ਨੂੰ ਆਪਾਂ ਦੁਬਾਰਾ ਵੰਡ ਨਹੀਂ ਸਕਦੇ, ਦੇ ਕੈਨੋਟ ਬੀ ਡਿਵਾਈਡਡ। ਕਲੀਅਰ? ਸੋ ਦਿਸ ਵਾਜ਼ ਦਾ ਫਸਟ ਪੋਸਟੂਲੇਟ ਆਫ ਡਾਲਟਨ। ਨੈਕਸਟ ਅਗਰ ਆਪਾਂ ਸੈਕੰਡ ਪੁਆਇੰਟ ਦੇਖੀਏ ਬੇਟਾ ਕਿ ਐਟਮਸ ਆਫ ਐਨ ਐਲੀਮੈਂਟਸ ਆਰ ਆਈਡੈਂਟੀਕਲ ਟੂ ਈਚ ਅਦਰ। ਓਕੇ, ਅਗਰ ਆਪਾਂ ਇੱਕ ਐਟਮ ਦੀ ਗੱਲ ਕਰ ਰਹੇ ਹਾਂ ਕਿਸੇ ਪਰਟੀਕੂਲਰ ਐਲੀਮੈਂਟ ਦੀ, ਉਹ ਆਈਡੈਂਟੀਕਲ ਹੁੰਦੇ ਆ, ਇੱਕ ਦੂਜੇ ਨਾਲ ਬਿਲਕੁਲ ਮਿਲਦੇ ਆ ਸਾਰੇ ਰੈਸਪੈਕਟਸ ਦੇ ਵਿੱਚ। ਫੋਰ ਐਗਜ਼ਾਮਪਲ ਦੇ ਹੈਵ ਸੇਮ ਸਾਈਜ਼, ਦੇ ਹੈਵ ਸੇਮ ਸ਼ੇਪ ਐਂਡ ਦੇ ਹੈਵ ਸੇਮ ਮਾਸ। ਕਲੀਅਰ? ਸੋ ਦਿਸ ਵਾਜ਼ ਦਾ ਸੈਕੰਡ ਪੋਸਟੂਲੇਟ ਆਫ ਡਾਲਟਨ। ਥਰਡ ਪੁਆਇੰਟ ਹੈ ਬੇਟਾ, ਇਹਨੂੰ ਤੁਸੀਂ ਥੋੜ੍ਹਾ ਰਿਵਰਸ ਕਰ ਲਓ ਕਿ ਦੈਟ ਐਟਮ ਆਫ ਡਿਫਰੈਂਟ ਐਲੀਮੈਂਟਸ ਦੇ ਡਿਫਰ ਇਨ ਆਲ ਰਿਸਪੈਕਟਸ। ਓਕੇ, ਬਿਲਕੁਲ ਡਿਫਰ ਕਰਦੇ ਆ, ਉਹਨਾਂ ਦੀਆਂ ਪ੍ਰੋਪਰਟੀਜ਼ ਵੀ ਡਿਫਰੈਂਟ ਹੁੰਦੀਆਂ। ਦੈਟ ਮੀਨਸ ਉਹਨਾਂ ਦਾ ਮਾਸ ਵੀ ਬੇਟਾ ਡਿਫਰੈਂਟ ਹੈ, ਉਹਨਾਂ ਦਾ ਸਾਈਜ਼ ਵੀ ਡਿਫਰੈਂਟ ਹੋਏਗਾ, ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੈ, ਕੈਮੀਕਲ ਪ੍ਰੋਪਰਟੀਜ਼ ਹੈ, ਦੇ ਆਰ ਆਲਸੋ ਡਿਫਰੈਂਟ। ਸੋ ਦਿਸ ਇਜ਼ ਦਾ ਥਰਡ ਪੋਸਟੂਲੇਟ ਆਫ ਡਾਲਟਨਸ। Fourth, atom is the smallest portion of matter which take part in a chemical combination. Okay, कोई भी chemical combination हो रही है, chemical reaction हो रहा, जो smallest portion है बेटा matter ਦਾ that is atom. Okay, सब तो छोटा किणका जो है पार्ट है किसी भी chemical combination ਦੇ ਵਿੱਚ that is atom. This is fourth postulate given by Dalton. Fifth आ गया बेटा, atoms of the same or different elements combine together to form compound atom. Okay, बेशक देखो सेम एलीमेंट होण, कल भी ਆਪਾਂ बेटा पढ़िया सी जो लॉज ऑफ कंबीनेशन पढ़े, उस तो पहला मैं ਤੁਹਾਨੂੰ एटम्स ਤੇ मॉलिक्यूल बारे कराया सी। ओके, ਐਟਮ ਬਾਰੇ ਕੀਤਾ ਆਪਾਂ, ਮੋਲੀਕਿਊਲ ਬਾਰੇ ਕੀਤਾ, ਐਲੀਮੈਂਟਸ ਬਾਰੇ ਕੀਤਾ, ਕੰਪਾਊਂਡਸ ਬਾਰੇ ਕੀਤਾ। ਮੈਂ ਤੁਹਾਨੂੰ ਸਪੈਸ਼ਲੀ ਉਹਨਾਂ ਨੂੰ ਡਿਫਰੈਂਸ਼ੀਏਟ ਕੀਤਾ ਸੀ। ਓਕੇ, ਉਹਦਾ ਰੀਜ਼ਨ ਕੀ ਸੀ ਕਿ ਕਨਸੈਪਟ ਕਲੀਅਰ ਹੋਵੇ। ਹੁਣ ਇੱਥੇ ਕੀ ਕਹਿ ਰਹੇ ਆ, ਕਹਿੰਦੇ ਦੇਖੋ ਐਟਮ ਆਫ ਦਾ ਸੇਮ ਔਰ ਡਿਫਰੈਂਟ ਐਲੀਮੈਂਟਸ, ਬੇਸ਼ੱਕ ਸੇਮ ਐਲੀਮੈਂਟ ਹੋਣ, ਬੇਸ਼ੱਕ ਡਿਫਰੈਂਟ ਐਲੀਮੈਂਟਸ ਦੇ ਐਟਮ ਹੋਣ, ਜਦੋਂ ਮਿਲ ਜਾਂਦੇ ਆ ਦੇ ਫਾਰਮ ਦਾ ਕੰਪਾਊਂਡ ਐਟਮਸ। ਓਕੇ, ਹੁਣ ਕੰਪਾਊਂਡ ਐਟਮਸ ਇਹ ਪਹਿਲਾਂ ਵਰਡ ਯੂਜ਼ ਕਰਦੇ ਸੀ। ਦੇਖੋ ਥਿਊਰੀ ਕਦੋਂ ਦਿੱਤੀ ਹੈ ਡਾਲਟਨ ਨੇ, 1808 ਦੇ ਵਿੱਚ। ਠੀਕ ਹੈ, 1808 ਦੇ ਵਿੱਚ, ਬਹੁਤ ਪੁਰਾਣੀ ਗੱਲ ਹੋ ਗਈ। ਓਕੇ, ਉਦੋਂ ਕੁਛ ਕੈਮਿਸਟਰੀ ਦੇ ਵਿੱਚ ਰੂਲਸ ਅਲੱਗ ਸੀ ਬੇਟਾ, ਹੁਣ ਬਹੁਤ ਮੋਡੀਫਾਈ ਹੋ ਗਏ। ਸੋ ਉਹਨਾਂ ਨੂੰ ਉਦੋਂ ਕੰਪਾਊਂਡ ਐਟਮ ਕਹਿੰਦੇ ਜਦੋਂ ਦੋ ਐਟਮ ਕੰਬਾਈਨ ਕਰ ਗਏ। ਓਕੇ, ਔਰ ਜਦੋਂ ਸੇਮ ਟਾਈਪ ਦੇ ਐਲੀਮੈਂਟ ਕੰਬਾਈਨ ਕਰਦੇ ਆ, ਸੇਮ ਟਾਈਪ ਦੇ ਐਟਮ ਕੰਬਾਈਨ ਕਰਦੇ ਉਦੋਂ ਆਪਾਂ ਐਲੀਮੈਂਟਸ ਕਹਿੰਦੇ ਹਾਂ, ਔਰ ਜਦੋਂ ਡਿਫਰੈਂਟ ਟਾਈਪ ਦੇ ਐਟਮ ਕੰਬਾਈਨ ਕਰਦੇ ਉਹਨਾਂ ਨੂੰ ਆਪਾਂ ਕੰਪਾਊਂਡਸ ਕਹਿੰਦੇ ਹਾਂ। ਠੀਕ ਹੈ, ਹੁਣ
जो मर्जी होण बेशक बेटा वो एलीमेंट्स होण, बेशक वो कंपाउंड होण, जदों मोर दैन 2 एलीमेंट्स कंबाइन कर गए दैन दैट इज़ नोन एज मॉलीक्यूल। ओके, मोर दैन 1 एलीमेंट, एक तो ज़्यादा कंबाइन कर गए, ओके, उन्होंने आप मॉलीक्यूल कहने हैं। ओके, हुण H2 आ मान लो, H2 इज़ ए मॉलीक्यूल ऑफ एलीमेंट, विच एलीमेंट हाइड्रोजन। हुण एलीमेंट किहड़े हुंदे आ, जदों बेटा सेम टाइप के एटम्स कंबाइन होए दैट इज़ नोन एज एलीमेंट, जो डिफरेंट टाइप के एलीमेंट कंबाइन होए दैन दैट इज़ नोन एज डिफरेंट टाइप के एटम कंबाइन होए दैन दैट इज़ नोन एज कंपाउंड। सो अगर HCl कंबाइन किया, H2O कंबाइन किया दैन दिस इज़ नोन एज मॉलीक्यूल ऑफ कंपाउंड। ये मॉलीक्यूल ऑफ कंपाउंड्स है बेटा, दिस इज़ द मॉलीक्यूल ऑफ एलीमेंट। इन्होंने ध्यान च रखना। क्लियर। नेक्स्ट है बेटा 6th पोस्टुलेट है, व्हेन एटम कंबाइन विद वन अनदर टू फॉर्म कंपाउंड एटम और मॉलीक्यूल दे डू सो इन सिंपल होल नंबर रेशो। सो डाल्टन ने ही कहा सी कि जदों बेटा कि 2 एलीमेंट्स है, वैन एटम जिहड़े आ एक दूजे नाल कंबाइन करते आ वो कंपाउंड बनाते आ। ओके, वैन दे फॉर्म द कंपाउंड या मॉलीक्यूल, वो किद्दां बनाते आ, उन्हां दी रेशो बेटा सिंपल होल नंबर रेशो होएगी। सिंपल होल नंबर रेशो का मतलब की आ, दे विल कंबाइन इन द रेशो 1 1 2 1 1 2 3 एंड सो ऑन, मतलब सिंपल रेशो रहेगी, कॉम्प्लैक्स रेशो नहीं होएगी। क्लियर। नेक्स्ट नंबर 7, एटम्स ऑफ 2 एलिमेंट्स बे कंबाइन इन डिफरेंट रेशोज टू फॉर्म मोर दैन 1 कंपाउंड। हुण इत्थे की कह रहा कि अगर मान लो एटम्स 2 एलीमेंट्स दे आ, ठीक है, 2 एलीमेंट्स दे एटम कंबाइन कर गए, वो बेटा डिफरेंट रेशो विच भी कंबाइन कर सकते और मोर दैन 1 कंपाउंड भी बना सकते। क्लियर। दिस वाज 7th पोस्टुलेट ऑफ डाल्टन एटॉमिक थ्योरी। 8th इज द relative number and kinds of atoms are always the same in a given compound। ओके, अगर आप एक कंपाउंड की गल कर लीए, किसी भी कंपाउंड की गल कर लीए, फॉर एग्जांपल आप गल कर लेने बेटा H2O, ठीक है, जो आप गल कर लेने CO2, इन्हां दे विच जिहड़ा नंबर है बेटा एटम्स का वो सेम रहेगा। वैन वी आर सेइंग H2O दैट मीन ये 2 एटम ऑक्सीजन हाइड्रोजन के होणगे, एक एटम जो ऑक्सीजन का होएगा। अगर आप कार्बन डाइऑक्साइड की गल कर रहे हैं दैट मीन ये एक एटम कार्बन का होएगा, 2 एटम जोड़े ऑक्सीजन के होणगे। ओके, सो वो नंबर जोड़ा दैट रिमेन सेम। एंड द लास्ट पोस्टुलेट इज एटम कैन नीदर बी क्रिएटेड नॉट डिस्ट्रॉयड इन ए फिजिकल चेंज और केमिकल रिएक्शन। कि कोई फिजिकल चेंज हुंदा या केमिकल रिएक्शन हुंदा, एटम जिहड़ा आ वो ना तो नवा बनता बेटा ना ही डिस्ट्रॉय हुंदा। आप करते हैं कि जो केमिकल रिएक्शन हुंदा बेटा उदों एटम जिहड़े रीअरेंज हुंदे आ, वो आप जूनियर क्लास दे विच भी पढ़ते आते हैं, कदे भी एटम जिहड़ा नवा नहीं बनता। क्लियर। सो दीज वर द मेन पोस्टुलेट्स गिवन बाय डाल्टन। इन्हों आप कहने डाल्टन्स एटॉमिक थ्योरी। क्लियर। हाँ जी बेटा, हम देखो डाल्टन ने अपनी थ्योरी दे दी। ओके, बट अकॉर्डिंग टू टाइम जिदा दा समा बीतदा गया ना, तो वो कोई ना कोई भी आप काम करते हैं, कई बार कमियां निकलदियां ना। सो डाल्टन की थ्योरी में भी कुछ लिमिटेशनस, ओके, कुछ लिमिटेशनस पता लगियां। ठीक है, जो होर बहुत सारे विज्ञानी बाद आए, उन्होंने इस थ्योरी में स्टडी किया। ओके, और कुछ कमियां दसियां कि डाल्टन इन्हां चीज़ों को एक्सप्लेन नहीं कर पाया। वो कमियां किहड़ियां सी वो आप हुण कर लगे हैं बेटा। लिमिटेशनस ऑफ डाल्टन एटॉमिक थ्योरी। फर्स्ट लिमिटेशन है कि इट फेल्स टू एक्सप्लेन द कॉज ऑफ केमिकल कॉम्बिनेशन। ठीक है, कि डाल्टन कि कोई एटम्स जिहड़े आ कंबाइन करते आ, एलीमेंट्स बनाते आ, कंपाउंड बनाते आ, और वो क्यों रिएक्ट करते आ, क्यों कंबाइन करते आ, वो रीज़न जिहड़ा आ वो डाल्टन एक्सप्लेन नहीं कर पाया। ओके, दैन सैकेंड गल करिए, इट डज नॉट एक्सप्लेन गेल-लुसॉक लॉ ऑफ कंबाइनिंग गैसियस वॉल्यूम। आप कल गेल-लुसॉक लॉ पढ़िया सी। ठीक है, जो डाल्टन की थ्योरी सी ना, वो जो गैसेस लई फिट नहीं बैठती सी। ओके,
वो गैसेज बारे कि हाउ दे कंबाइन वो एक्सप्लेन नहीं कर पाया. सो दैट वाज द सेकंड लिमिटेशन. थर्ड लिमिटेशन सी बेटा, इट डज नॉट गिव एनी आइडिया अबाउट आइसोटोप्स एंड आइसोबार्स. ਹੁਣ बेटा आइसोटोप ਤੇ आइसोबार्स ਕੀ ਹੁੰਦੇ ਆ? ਯੂ ਨੋ आइसोटोप्स. देखो ਆਪਾਂ ਗੱਲ ਕਰ ਰਹੇ ਹਾਂ ਐਲੀਮੈਂਟਸ ਦੀ ਨਾ, ਕਿ ਐਲੀਮੈਂਟਸ ਕੰਬਾਈਨ ਕਰਦੇ ਆ, ਕੰਪਾਊਂਡ ਬਣਾਉਂਦੇ ਆ. ਬਟ ਹੁਣ ਐਲੀਮੈਂਟਸ ਕਿੱਦਾਂ ਕੰਬਾਈਨ ਕਰ ਸਕਦੇ ਆ? ਅਗਰ ਹੁਣ ਆਈਸੋਟੋਪ ਦੀ ਗੱਲ ਕਰੀਏ, ਆਈਸੋਟੋਪ ਕੀ ਹੁੰਦੇ ਬੇਟਾ? ਵਿਚ ਹੈਵ ਸੇਮ ਐਟੋਮਿਕ ਨੰਬਰ ਬਟ ਡਿਫਰੈਂਟ ਐਟੋਮਿਕ ਮਾਸ. ਓਕੇ, ਡਿਫਰੈਂਟ ਐਟੋਮਿਕ ਮਾਸ. ਇਹਨਾਂ ਦਾ ਜਿਹੜਾ ਮਾਸ ਹੈ ਇਹ ਡਿਫਰੈਂਟ ਹੈ. ਹੁਣ ਜਦੋਂ ਮਾਸ ਡਿਫਰੈਂਟ ਹੋ ਗਿਆ, ਓਕੇ, ਉਹਨਾਂ ਬਾਰੇ ਜਿਹੜਾ ਆ ਡਾਲਟਨ ਹੈ ਉਹ ਐਕਸਪਲੇਨ ਨਹੀਂ ਕਰ ਪਾਇਆ ਆਈਸੋਟੋਪ ਬਾਰੇ. ਫੋਰ ਐਗਜ਼ਾਮਪਲ ਬੇਟਾ ਆਪਾਂ ਹਾਈਡਰੋਜਨ ਦੀ ਗੱਲ ਕਰਦੇ ਹਾਂ ਨਾ. ਹਾਈਡਰੋਜਨ ਕੀ ਆ? ਹਾਈਡਰੋਜਨ ਦੇ 3 ਆਈਸੋਟੋਪ ਹੈ, ਠੀਕ ਹੈ, ਜਿਹਦੇ ਵਿੱਚ ਇੱਕ ਦਾ ਐਟੋਮਿਕ ਮਾਸ 1 ਹੈ, ਇੱਕ ਦਾ 2 ਹੁੰਦਾ, ਇੱਕ ਦਾ 3 ਹੁੰਦਾ. ਕਲੀਅਰ? ਦ ਸੇਮ ਮੈਨਰ ਕਾਰਬਨ ਦੇ ਕੁਛ ਆਈਸੋਟੋਪਸ ਹੈ. ਔਰ ਹਾਊ ਦੇ ਦੋਜ਼ ਆਈਸੋਟੋਪਸ ਕੰਬਾਈਨ ਉਹਨਾਂ ਨੂੰ ਐਕਸਪਲੇਨ ਨਹੀਂ ਕਰ ਪਾਏ. ਦੈਨ ਆਈਸੋਬਾਰਸ. ਆਈਸੋਬਾਰਸ ਕੀ ਹੁੰਦੇ ਬੇਟਾ? ਅਗਰ ਐਟੋਮਿਕ ਨੰਬਰ ਡਿਫਰੈਂਟ ਹੋਵੇ, ਓਕੇ, ਅਗਰ ਆਪਾਂ ਆਈਸੋਬਾਰ ਦੀ ਗੱਲ ਕਰੀਏ ਕਿ ਜਿੱਦਾਂ ਐਟੋਮਿਕ ਨੰਬਰ ਡਿਫਰੈਂਟ ਹੈ. ਫੋਰ ਐਗਜ਼ਾਮਪਲ ਪੋਟਾਸ਼ੀਅਮ ਹੈ ਜਾਂ ਕੈਲਸ਼ੀਅਮ ਹੈ, ਠੀਕ ਹੈ. ਪੋਟਾਸ਼ੀਅਮ ਦਾ ਬੇਟਾ ਐਟੋਮਿਕ ਨੰਬਰ 18 ਹੈ, ਕੈਲਸ਼ੀਅਮ ਦਾ 20 ਆ. ਬਟ ਅਗਰ ਇਹਨਾਂ ਦਾ ਮਾਸ ਦੇਖੀਏ ਤਾਂ ਦੋਨਾਂ ਦਾ ਮਾਸ ਜਿਹੜਾ 40 ਹੈ ਬੇਟਾ. ਓਕੇ, ਬੋਥ ਹੈ ਮਾਸ 40 ਐਟੋਮਿਕ ਮਾਸ, ਠੀਕ ਹੈ. ਦੈਟ ਮੀਨਸ ਇਹਨਾਂ ਨੂੰ ਆਪਾਂ ਕਹਿੰਦੇ ਆਈਸੋਬਾਰ. ਮੀਨਸ ਡਾਲਟਨ ਆਪਣੀ ਥਿਊਰੀ ਦੇ ਵਿੱਚ ਉਹਨੇ ਆਈਸੋਟੋਪਸ ਬਾਰੇ ਜਾਂ ਆਈਸੋਬਾਰਸ ਬਾਰੇ ਕੁਛ ਨਹੀਂ ਦੱਸਿਆ. ਓਕੇ, ਸੋ ਦਿਸ ਵਾਜ਼ ਥਰਡ ਲਿਮਿਟੇਸ਼ਨ ਆਫ ਡਾਲਟਨ. फोर्थ है, it fails to explain why atoms of different elements show different properties like mass, size, etc. देखो बात ਤਾਂ ਬੜੀਆਂ ਬੇਟਾ ਇਨਵੈਂਸ਼ਨਸ ਹੋ ਗਈਆਂ, ਬਹੁਤ ਕੁਝ ਪਤਾ ਲੱਗ ਗਿਆ ਸਾਨੂੰ, ਬਟ ਇਹਨੇ ਉਸ ਟਾਈਮ 'ਤੇ ਐਕਸਪਲੇਨ ਨਹੀਂ ਕੀਤਾ ਸੀ ਕਿ ਜਿਹੜੇ ਡਿਫਰੈਂਟ ਐਲੀਮੈਂਟਸ ਦੇ ਐਟਮ ਹੈ ਉਹਨਾਂ ਦੀ ਪ੍ਰੋਪਰਟੀ ਡਿਫਰੈਂਟ ਕਿਉਂ ਹੁੰਦੀ ਹੈ. ਵਾਈ ਦੇ ਹੈਵ ਡਿਫਰੈਂਟ ਮਾਸ, ਵਾਈ ਦੇ ਹੈਵ ਡਿਫਰੈਂਟ ਸਾਈਜ਼. ਓਕੇ, ਕਿਉਂਕਿ ਉਦੋਂ ਦੇਖਿਆ ਜਾਵੇ ਤਾਂ ਬੇਟਾ ਉਦੋਂ ਐਟਮ ਦੇ ਵਿੱਚ ਜੋ ਆਪਾਂ ਬਾਅਦ ਦੇ ਵਿੱਚ ਕੀਤਾ ਨਾ ਕਿ ਦੈਟ ਕੰਸਿਸਟ ਆਫ ਪ੍ਰੋਟੋਨਸ, ਇਲੈਕਟ੍ਰੋਨਸ, ਨਿਊਟਰੋਨਸ, ਉਦੋਂ ਨਹੀਂ ਪਤਾ ਸੀ ਡਿਟੇਲ 'ਚ ਉਹਨਾਂ ਬਾਰੇ. ਦੈਟਸ ਵਾਈ ਇਹ ਲਿਮਿਟੇਸ਼ਨ ਸੀਗੀ. ਓਕੇ, ਫਿਫਥ ਪੁਆਇੰਟ ਹੈਗਾ ਬੇਟੇ, ਡਜ਼ ਨਾਟ ਐਕਸਪਲੇਨ ਦਾ ਡਿਫਰੈਂਸ ਬਿਟਵੀਨ ਐਨ ਐਟਮ ਐਂਡ ਮੋਲੀਕਿਊਲ. ਓਕੇ, ਕਿ ਇਹ ਕੀ ਡਿਫਰੈਂਸ ਹੈਗਾ ਐਟਮ ਦੇ ਵਿਚਕਾਰ ਅਤੇ ਮੋਲੀਕਿਊਲ ਦੇ ਵਿਚਕਾਰ. ਹਾਊ ਦੇ ਕੰਬਾਈਨ, ਐਟਮ ਹੀ ਕੰਬਾਈਨ ਕਰਕੇ ਮੋਲੀਕਿਊਲ ਬਣਾਉਂਦੇ ਜਦੋਂ ਉਹਨੂੰ ਪਤਾ ਹੀ ਨਹੀਂ ਸੀ ਕਿ ਵਾਈ ਦ ਐਟਮਸ ਕੰਬਾਈਨ, ਉਦੋਂ ਇਹ ਕਲੀਅਰ ਹੀ ਨਹੀਂ ਸੀ. ਦੈਨ ਹਾਊ ਕੀ ਹੀ ਕੈਨ ਟੈਲ ਦਿਸ. ਓਕੇ, ਸੋ ਇਹ ਵੀ ਇੱਕ ਲਿਮਿਟੇਸ਼ਨ ਕਾਊਂਟ ਹੋਈ. ਨੈਕਸਟ ਹੈਗਾ ਬੇਟਾ ਸਿਕਸਥ ਪੁਆਇੰਟ ਹੈ, ਇਟ ਕੈਨ ਨਾਟ ਐਕਸਪਲੇਨ ਦ ਨੇਚਰ ਆਫ ਬਾਈਂਡਿੰਗ ਫੋਰਸਿਸ ਬਿਟਵੀਨ ਐਟਮਸ ਐਂਡ ਮੋਲੀਕਿਊਲਸ that accounts for the existence of matter in 3 states, that is solid, liquid and gases. ਕਿਉਂ ਨਹੀਂ ਕਿਹਾ, ਬਾਅਦ 'ਚ ਗੱਲ ਸਾਹਮਣੇ ਆਈ ਕਿ ਜੇ ਅਗਰ ਐਟਮ ਕੰਬਾਈਨ ਕਰਦੇ ਆ, ਕੋਈ ਮੋਲੀਕਿਊਲ ਬਣਾ ਰਹੇ ਆ, ਓਕੇ, ਤਾਂ ਕਿਹੜੀ ਫੋਰਸ ਹੈ ਜਿਹੜੀ ਉਹਨਾਂ ਨੂੰ ਬਾਈਂਡ ਕਰਕੇ ਰੱਖਦੀ ਹੈ. ਇਟ ਫੇਲਸ ਟੂ ਐਕਸਪਲੇਨ ਦਾ ਬਾਈਂਡਿੰਗ ਫੋਰਸਿਸ ਬਿਟਵੀਨ ਦੈਮ. ਹੁਣ ਸੋਲਿਡ ਅਤੇ ਲਿਕੁਇਡ ਅਤੇ ਗੈਸਿਸ ਦੇ ਵਿੱਚ ਆਪਾਂ ਗੱਲ ਕੀਤੀ ਬੇਟਾ, ਹੈ ਨਾ. ਆਪਾਂ ਸੋਲਿਡ ਲਿਕੁਇਡ ਗੈਸਿਸ ਬਾਰੇ ਪੜ੍ਹ ਲਿਆ ਕਿ ਸੋਲਿਡ ਦੇ ਵਿੱਚ ਜਿਹੜੇ ਕੰਸਟੀਟਿਊਐਂਟਸ ਪਾਰਟੀਕਲ ਆ ਦੇ ਆਰ ਵੈਰੀ ਕਲੋਜ਼ ਟੂ ਈਚ ਅਦਰ, ਉਹਨਾਂ ਵਿੱਚ ਬੜੀ ਸਟਰੋਂਗ ਇੰਟਰਮੋਲੀਕੂਲਰ ਫੋਰਸਿਸ ਹੁੰਦੀਆਂ. ਓਕੇ, ਲਿਕੁਇਡ 'ਚ ਥੋੜ੍ਹੀਆਂ ਵੀਕ ਹੁੰਦੀਆਂ, ਗੈਸਿਸ ਦੇ ਵਿੱਚ ਸਭ ਤੋਂ ਵੀਕ ਹੁੰਦੀਆਂ, ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ. ਓਕੇ, ਬਟ ਉਹ ਫੋਰਸਿਸ ਕਿਹੜੀਆਂ ਆ? ਵਿਚ ਟਾਈਪ ਆਫ ਫੋਰਸ ਇਜ਼ ਪ੍ਰੈਜ਼ੈਂਟ ਇਨਸਾਈਡ ਦਾ ਮੋਲੀਕਿਊਲਸ ਵਿਚ ਹੋਲਡ ਦਾ ਮੋਲੀਕਿਊਲਸ. ਹੀ ਫੇਲਸ ਟੂ ਐਕਸਪਲੇਨ ਦੈਟ. ਕਲੀਅਰ? ਸੋ these were some limitations of Dalton atomic theory. Clear? Okay, then फिर आफ्टर सम टाइम, कुछ टाइम तो बाद, ठीक है, कई सालों तो बाद ईवन ये ਜਿਹੜੀਆਂ ਲਿਮਿਟੇਸ਼ਨਸ ਹੈ ਉਹਨਾਂ ਨੂੰ ਦੂਰ ਕਰਨ ਦੇ ਲਈ ਇੱਕ ਮੋਡੀਫਾਈਡ ਡਾਲਟਨ ਐਟੋਮਿਕ ਥਿਊਰੀ ਪ੍ਰਪੋਜ਼ ਕੀਤੀ ਗਈ ਬੇਟਾ, ਠੀਕ ਹੈ, ਜਿਹਨੂੰ ਅਸੀਂ ਮਾਡਰਨ ਐਟੋਮਿਕ ਥਿਊਰੀ ਕਹਿੰਦੇ ਹਾਂ. ਓਕੇ, ਇਟ ਇਜ਼ ਨੋਨ ਐਜ਼ ਮਾਡਰਨ ਐਟੋਮਿਕ ਥਿਊਰੀ. ਇਹਦਾ ਕੀ ਪਰਪਸ ਸੀ ਕਿ ਜਿਹੜੇ ਡਾਲਟਨ ਨੇ ਥਿਊਰੀ ਪ੍ਰਪੋਜ਼ ਕੀਤੀ, that was good. Okay.
ਓਕੇ ਬਟ ਐਜ਼ ਦਾ ਟਾਈਮ ਪਾਸਿਸ ਉਹਦੇ ਵਿੱਚ ਕੁਝ ਕਮੀਆਂ ਸਾਹਮਣੇ ਆਈਆਂ। ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਇੱਕ ਥਿਊਰੀ ਜਿਹੜੀ ਆ ਉਹ ਮੋਡੀਫਾਈਡ ਥਿਊਰੀ ਜਿਹੜੀ ਆ ਉਹ ਪੇਸ਼ ਹੋਈ। ਠੀਕ ਹੈ, ਜੋ ਮਾਡਰਨ ਕਨਸੈਪਟ ਹੈ ਸਟਰਕਚਰ ਆਫ ਐਟਮ ਦਾ। ਠੀਕ ਹੈ, ਸੋ ਇਹਨੂੰ ਅਸੀਂ ਮਾਡਰਨ ਐਟੋਮਿਕ ਥਿਊਰੀ ਕਹਿੰਦੇ ਹਾਂ। ਓਕੇ, ਔਰ ਜੋ ਮੇਨ ਪੁਆਇੰਟਸ ਹੈ ਬੇਟਾ ਮਾਡਰਨ ਐਟੋਮਿਕ ਥਿਊਰੀ ਦੇ ਉਹ ਕੀ ਸੀ? ਨੰਬਰ 1, ਐਟਮ ਇਜ਼ ਨੋ ਲੋਂਗਰ ਸਪੋਜ਼ ਟੂ ਬੀ ਇੰਡੀਵਿਜ਼ੀਬਲ। ਓਕੇ, ਕਿ ਹੁਣ ਇਹ ਨਹੀਂ ਕਹਿੰਦੇ ਆਪਾਂ ਕਿ ਐਟਮ ਨੂੰ ਵੰਡਿਆ ਨਹੀਂ ਜਾ ਸਕਦਾ। ਇਟ ਹੈਜ਼ ਬੀਨ ਫਾਊਂਡ ਦੈਟ ਐਟਮ ਹੈਜ਼ ਏ ਕੰਪਲੈਕਸ ਸਟਰਕਚਰ। ਓਕੇ, ਐਂਡ ਇਟ ਇਜ਼ ਮੇਡ ਅਪ ਆਫ ਨੰਬਰ ਆਫ ਸਬ ਐਟੋਮਿਕ ਪਾਰਟੀਕਲਸ। ਕਿਹੜੇ ਪਾਰਟੀਕਲ ਬੇਟਾ? ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨਸ। ਆਪਾਂ ਇਹ ਕਹਿੰਦੇ ਹਾਂ ਹੁਣ। ਓਕੇ, ਕਿ ਐਟਮ ਹੈ ਉਹਦੇ ਸੈਂਟਰ 'ਚ ਨਿਊਕਲੀਅਸ ਹੈ ਬੇਟਾ। ਇਹਦੇ ਵਿੱਚ ਕੀ ਹੁੰਦੇ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਹੁੰਦੇ ਆ ਪੋਜ਼ਿਟਿਵਲੀ ਚਾਰਜ, ਨਿਊਟਰੋਨ ਹੁੰਦੇ ਆ। ਠੀਕ ਹੈ, ਸੋ ਦਿਸ ਇਜ਼ ਨਿਊਕਲੀਅਸ। ਔਰ ਇਲੈਕਟ੍ਰੋਨ ਜਿਹੜੇ ਆ ਬੇਟਾ ਇਹਨਾਂ ਦੇ ਆਲੇ ਦੁਆਲੇ ਇਹ ਸ਼ੈਲਸ ਦੇ ਵਿੱਚ ਘੁੰਮਦੇ ਆ। ਓਕੇ, ਇਲੈਕਟ੍ਰੋਨ ਇਹਨਾਂ ਦੇ ਆਲੇ ਦੁਆਲੇ ਰਿਵੋਲਵ ਕਰਦੇ ਆ। ਇਹ ਆਪਾਂ ਕਰ ਚੁੱਕੇ ਹਾਂ ਹੁਣ ਸਟਰਕਚਰ ਆਫ ਐਟਮ ਦੇ ਵਿੱਚ ਜੂਨੀਅਰ ਕਲਾਸਿਸ ਦੇ ਵਿੱਚ। ਡਿਟੇਲ 'ਚ ਆਪਾਂ ਕਰਾਂਗੇ ਨੈਕਸਟ ਚੈਪਟਰ ਦੇ ਵਿੱਚ। ਓਕੇ, ਸੋ ਹੁਣ ਇੰਡੀਵਿਜ਼ੀਬਲ ਨਹੀਂ ਰਿਹਾ, ਪਹਿਲਾ ਪੁਆਇੰਟ ਤਾਂ ਇਹੀ ਹੋ ਗਿਆ। ਸੈਕਿੰਡ ਹੈ ਕਿ ਐਟਮ ਆਫ ਦਾ ਸੇਮ ਐਲੀਮੈਂਟ may not necessarily possesses the same mass। ਇਹ ਜ਼ਰੂਰੀ ਨਹੀਂ ਕਿ ਸੇਮ ਐਲੀਮੈਂਟ ਦਾ ਮਾਸ ਵੀ ਸੇਮ ਹੋਵੇ, ਡਿਫਰੈਂਟ ਮਾਸ ਵੀ ਹੋ ਸਕਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਬੇਟਾ। ਫੋਰ ਐਗਜ਼ਾਮਪਲ ਐਟਮ ਆਫ ਹਾਈਡਰੋਜਨ that may have different atomic masses। ठीक है, ਆਪਾਂ ਪਹਿਲਾ ਆਈਸੋਟੋਪ ਕਹਿੰਦੇ ਆ ਬੇਟਾ H1। ਦੇਖੋ ਦੇਤਾ H1 ਤੇ 1 ਉੱਪਰ ਆਪਾਂ ਐਟੋਮਿਕ ਮਾਸ ਲਿਖਦੇ ਹੁੰਦੇ ਆ ਬੇਟਾ, ਥੱਲੇ ਨੰਬਰ ਲਿਖਦੇ ਆ। ਉੱਪਰ ਇਹ ਇੱਕ ਹਾਈਡਰੋਜਨ ਹੈ ਜਿਹਦਾ ਐਟੋਮਿਕ ਮਾਸ 1 ਹੈ। ਸੈਕਿੰਡ ਹਾਈਡਰੋਜਨ ਦੈਟ ਇਜ਼ 2 and 1। ਉੱਪਰ ਜਿਹੜਾ ਹੈ ਇਸ ਐਟੋਮਿਕ ਮਾਸ। ਥਰਡ ਹਾਈਡਰੋਜਨ ਉੱਪਰ 3 ਹੈ ਨੀਚੇ 1 ਹੈ। 1 ਮੀਨ ਇਹ ਐਟੋਮਿਕ ਨੰਬਰ ਹੈ ਦੈਟ ਰਿमेन ਦਾ ਸੇਮ। ਐਟੋਮਿਕ ਨੰਬਰ ਤਾਂ ਸੇਮ ਰਹੇਗਾ, ਅਗਰ ਐਟੋਮਿਕ ਨੰਬਰ ਚੇਂਜ ਹੋ ਗਿਆ ਦੈਟ ਮੀਨ ਬੇਟਾ ਐਲੀਮੈਂਟ ਹੀ ਚੇਂਜ ਹੋ ਗਿਆ। ਓਕੇ, ਸੋ ਮਾਸ ਦਾ ਡਿਫਰੈਂਟ ਹੈ। ਸੋ ਆਪਾਂ ਇਹ ਕਹਿੰਦੇ ਆ ਕਿ ਜਿਹੜਾ ਸੇਮ ਐਲੀਮੈਂਟ ਹੈ ਉਹਦਾ ਡਿਫਰੈਂਟ ਮਾਸ ਵੀ ਹੋ ਸਕਦਾ। ਠੀਕ ਹੈ, ਉਹਨੂੰ ਆਪਾਂ ਕੀ ਕਿਹਾ ਸੀ ਬੇਟਾ? ਹੁਣੇ ਵਰਡ ਆਪਾਂ ਯੂਜ਼ ਕੀਤਾ ਸੀ ਆਈਸੋਟੋਪ, ਲਿਮਿਟੇਸ਼ਨ ਦੇ ਵਿੱਚ ਕਿ ਆਈਸੋਟੋਪ ਨੂੰ ਐਕਸਪਲੇਨ ਨਹੀਂ ਕਰ ਪਾਇਆ, ਬਟ ਹੁਣ ਐਕਸਪਲੇਨ ਹੋਣਾ ਸ਼ੁਰੂ ਹੋ ਗਿਆ। ਕਲੀਅਰ। ਨੈਕਸਟ ਆ ਗਿਆ ਬੇਟਾ ਥਰਡ ਪੁਆਇੰਟ, ਐਟਮ ਆਫ ਡਿਫਰੈਂਟ ਐਲੀਮੈਂਟਸ ਮੇ ਹੈਵ ਸੇਮ ਐਟੋਮਿਕ ਮਾਸਿਸ। ਓਕੇ, ਫੋਰ ਐਗਜ਼ਾਮਪਲ ਆਪਾਂ ਕੀਤੀ ਸੀ ਹੁਣੇ ਗੱਲ ਕਰਕੇ ਹਟੇ ਹਾਂ ਆਰਗਨ ਦੀ ਅਤੇ ਕੈਲਸ਼ੀਅਮ ਦੀ। ਦੇਖੋ ਕੈਲਸ਼ੀਅਮ ਦਾ ਮਾਸ ਕਿੰਨਾ ਹੈ ਬੇਟਾ 40, ਆਰਗਨ ਦਾ ਮਾਸ ਕਿੰਨਾ ਹੈ 40, ਬਟ ਐਟਮ ਦੇ ਆਰ ਡਿਫਰੈਂਟ ਐਲੀਮੈਂਟਸ ਹੈ ਨਾ। ਕੈਲਸ਼ੀਅਮ ਹੋਰ ਹੈ ਬੇਟਾ, ਆਰਗਨ ਹੋਰ ਹੈ। ਕਿੱਥੋਂ ਪਤਾ ਲੱਗਾ? ਸਾਨੂੰ ਐਟੋਮਿਕ ਨੰਬਰ ਤੋਂ। ਕੈਲਸ਼ੀਅਮ ਦਾ ਐਟੋਮਿਕ ਨੰਬਰ 20 ਆ। ਓਕੇ, ਔਰ ਆਰਗਨ ਦਾ ਐਟੋਮਿਕ ਨੰਬਰ 18 ਹੈ। ਓਕੇ, ਇਹਦਾ 20 ਆ, ਇਹਦਾ 18 ਹੈ, ਬਟ ਮਾਸ ਜਿਹੜਾ ਇਹਨਾਂ ਦਾ ਕੀ ਆ? ਬੋਥ ਹੈ 40। ਦੈਟ ਮੀਨਸ ਕਿ ਅਗਰ ਡਿਫਰੈਂਟ ਐਲੀਮੈਂਟਸ ਹੋਣ ਉਹਨਾਂ ਦਾ ਮਾਸ ਸੇਮ ਹੋ ਸਕਦਾ। ਠੀਕ ਹੈ, ਉਹਨੂੰ ਆਪਾਂ ਕੀ ਕਹਿਤਾ ਸੀ ਬੇਟਾ? ਇਹ ਜਿਹੇ ਐਲੀਮੈਂਟਸ ਵਿਚ ਹੈਵ ਦਾ ਸੇਮ ਐਟੋਮਿਕ ਮਾਸਿਸ ਦੇ ਆਰ ਕਾਲਡ ਆਈਸੋਬਾਰਸ। ਆਪਾਂ ਲਿਮਿਟੇਸ਼ਨਸ ਕਿਹਾ ਸੀ ਕਿ ਆਈਸੋਟੋਪ ਅਤੇ ਆਈਸੋਬਾਰ ਨੂੰ ਐਕਸਪਲੇਨ ਨਹੀਂ ਕਰ ਪਾਉਂਦਾ, ਬਟ ਇੱਥੇ ਆਪਾਂ ਕਹਿਤਾ ਕਿ ਮਾਡਰਨ ਥਿਊਰੀ ਇਹਨੂੰ ਐਕਸਪਲੇਨ ਕਰ ਪਾ ਰਹੀ ਹੈ। ਕਲੀਅਰ। ਨੈਕਸਟ ਇਜ਼ ਦਾ ਫੋਰਥ ਪੁਆਇੰਟ, the ratio in which the different atom combine with one another may not always be simple। ਜ਼ਰੂਰੀ ਨਹੀਂ ਕਿ ਸਿੰਪਲ ਹੀ ਹੋਵੇ ਬੇਟਾ। ਓਕੇ, ਫੋਰ ਐਗਜ਼ਾਮਪਲ ਸ਼ੂਗਰ ਹੈ, ਸੁਕਰੋਜ਼ ਕਹਿ ਦਿੰਦੇ ਆ। C12 ਹੈ ਬੇਟਾ, H22 ਆ, O11 ਹੈ। ਇਹਦੀ ਰੇਸ਼ੋ ਕੀ ਹੋਈ ਹੈ ਬੇਟਾ? 12, 22, 11। ਇਹ ਸਿੰਪਲ ਰੇਸ਼ੋ ਥੋੜ੍ਹੀ ਆ। ਓਕੇ, ਜ਼ਰੂਰੀ ਨਹੀਂ ਕਿ ਸਿੰਪਲ ਹੋਵੇ। ਦਿਸ ਇਜ਼ ਅਕੋਰਡਿੰਗ ਟੂ ਮਾਡਰਨ ਥਿਊਰੀ। ਫਿਫਥ ਆ ਗਿਆ ਪੁਆਇੰਟ, ਐਟਮ ਆਫ ਵਨ ਐਲੀਮੈਂਟ ਕੈਨ ਬੀ ਟਰਾਂਸਮਿਊਟੇਡ ਦੈਟ ਮੀਨ ਕਨਵਰਟਿਡ ਇਨਟੂ ਐਟਮ ਆਫ ਅਦਰ ਐਲੀਮੈਂਟਸ ਬਾਏ ਨਿਊਕਲੀਅਰ ਰਿਐਕਸ਼ਨਸ। ਬੇਟਾ ਨਿਊਕਲੀਅਰ ਰਿਐਕਸ਼ਨ ਨੂੰ ਯਾਦ ਰੱਖਣਾ। ਓਕੇ, ਨਾਈਟ੍ਰੋਜਨ ਹੈ, ਅਗਰ ਨਾਈਟ੍ਰੋਜਨ ਦੇ ਉੱਪਰ ਬੇਟਾ ਉਹਦੀ ਐਲਫਾ ਰੇਜ਼ ਦੇ ਨਾਲ ਬੰਬਾਰਡਿੰਗ ਕੀਤੀ ਜਾਵੇ, ਉਹਦੇ ਉੱਪਰ ਐਲਫਾ ਰੇਜ਼ ਨਾਲ ਉਹਦਾ ਰਿਐਕਸ਼ਨ ਕਰਾਇਆ ਜਾਵੇ, ਹੀਲੀਅਮ ਹੁੰਦਾ ਐਲਫਾ ਰੇਜ਼। ਓਕੇ, ਉਹਨਾਂ ਰਿਐਕਸ਼ਨ ਕਰਾਇਆ ਜਾਵੇ ਤਾਂ ਵਟ ਦੇ ਫਾਰਮ ਆਕਸੀਜਨ ਐਂਡ ਹਾਈਡਰੋਜਨ। ਦੈਟ ਮੀਨ ਇੱਥੇ ਦੇਖੋ ਕੀ ਹੋ ਰਿਹਾ ਬੇਟਾ? ਟਰਾਂਸਮਿਊਸ਼ਨ ਹੋ ਗਈ, ਟਰਾਂਸਮਿਊਟੇਸ਼ਨ ਹੋ ਗਈ। ਟਰਾਂਸਮਿਊਟੇਸ਼ਨ ਦਾ ਮਤਲਬ ਕੀ ਹੋਇਆ ਕਿ ਨਾਈਟ੍ਰੋਜਨ ਜਿਹੜਾ ਕਨਵਰਟ ਇਨਟੂ ਆਕਸੀਜਨ। ਕੈਮੀਕਲ ਰਿਐਕਸ਼ਨ ਦੇ ਵਿੱਚ ਤਾਂ ਪੋਸੀਬਲ ਹੀ ਨਹੀਂ। ਓਕੇ, ਬਟ ਜ਼ਰੂਰੀ ਨਹੀਂ ਕਿ ਕੈਮੀਕਲ ਰਿਐਕਸ਼ਨ ਹੋਣ। ਕੈਮੀਕਲ ਰਿਐਕਸ਼ਨ ਆਰ ਦੋਜ਼ ਇਨ ਵਿਚ ਇਲੈਕਟ੍ਰੋਨ ਟੇਕ ਪਾਰਟ ਇਨ ਕੈਮੀਕਲ combination, ਔਰ ਨਿਊਕਲੀਅਰ ਰਿਐਕਸ਼ਨ ਆਰ ਦੋਜ਼ ਇਨ ਵਿਚ ਨਿਊਕਲੀਅਸ ਟੇਕ ਪਾਰਟ ਇਨ chemical combination।
ਤੁਸੀਂ 10 ਦੇ ਵਿੱਚ ਨਿਊਕਲੀਅਰ ਰਿਐਕਟਰ ਬਾਰੇ ਪੜ੍ਹਿਆ ਬੇਟਾ, ਉਹ 'ਚ ਵੀ ਆਪਾਂ ਕਹਿੰਦੇ ਆ ਨਿਊਕਲੀਅਰ ਰਿਐਕਟਰ ਬਾਰੇ ਵੀ ਪੜ੍ਹਿਆ, ਉਹ 'ਚ ਯੂਰੇਨੀਅਮ ਹੈ ਬੇਟਾ, ਜਦੋਂ ਉਹਦੇ ਉੱਤੇ ਅਲਫਾ ਪਾਰਟੀਕਲਸ ਦੀ ਬੰਬਾਰਡਿੰਗ ਹੁੰਦੀ ਆ ਦੈਟ ਕਨਵਰਟ ਇਨਟੂ ਬੇਰੀਅਮ ਐਂਡ ਕ੍ਰਿਪਟੋਨ। ਓਕੇ, ਨਾਲ 3 ਨਿਊਟਰੋਨ ਰਿਲੀਜ਼ ਹੁੰਦੇ ਆ। ਓਕੇ, ਇਹੀ ਨਿਊਟਰੋਨ ਜਿਹੜੇ ਆ ਜਾ ਕੇ ਫਿਰ ਯੂਰੇਨੀਅਮ ਦੇ ਉੱਪਰ ਸਲੋ ਮੂਵਿੰਗ ਨਿਊਟਰੋਨ ਅਟੈਕ ਕਰਦਾ। ਓਕੇ, ਜਦੋਂ ਨਿਊਟਰੋਨ ਨਾਲ ਜਾ ਕੇ ਸਟ੍ਰਾਈਕ ਕਰਦਾ ਤਾਂ ਯੂਰੇਨੀਅਮ ਕਨਵਰਟ ਇਨਟੂ ਬੇਰੀਅਮ ਐਂਡ ਕ੍ਰਿਪਟੋਨ। ਠੀਕ ਹੈ, ਉਹ ਅਲੱਗ ਮਤਲਬ ਡਿਫਰੈਂਟ ਐਲੀਮੈਂਟਸ ਦੇ ਵਿੱਚ ਕਨਵਰਟ ਹੋ ਗਿਆ। ਕੈਮੀਕਲ ਰਿਐਕਸ਼ਨ ਦੇ ਵਿੱਚ ਇਹ ਪੋਸੀਬਲ ਨਹੀਂ, ਬਟ ਨਿਊਕਲੀਅਰ ਰਿਐਕਸ਼ਨ ਦੇ ਵਿੱਚ ਪੋਸੀਬਲ ਹੈ। ਇੱਕ ਐਗਜ਼ਾਮਪਲ ਆਪਾਂ ਇਹ ਕਰ ਸਕਦੇ ਹਾਂ, ਸੈਕਿੰਡ ਐਗਜ਼ਾਮਪਲ ਆਪਾਂ ਜੋ ਦਿੱਤੀ ਹੋਈ ਤੁਹਾਡੇ ਨੋਟਸ ਦੇ ਵਿੱਚ ਨਾਈਟ੍ਰੋਜਨ ਦੀ ਕਰ ਸਕਦੇ ਹਾਂ। ਕਲੀਅਰ। ਐਂਡ ਸਿਕਸਥ ਐਂਡ ਦ ਲਾਸਟ ਪੁਆਇੰਟ ਇਜ਼ ਮਾਸ ਐਂਡ ਐਨਰਜੀ ਇਜ਼ ਇੰਟਰ ਕਨਵਰਟੀਬਲ। ਓਕੇ, ਆਪਾਂ ਕੀ ਕਹਿੰਦੇ ਹਾਂ, ਮਾਸ ਸੇਮ ਰਹਿੰਦਾ, ਇਹੀ ਲਾਅ ਪੜ੍ਹਿਆ ਆਪਾਂ ਬੇਟਾ, ਲਾਅ ਵੀ ਇਹ ਪੜ੍ਹਿਆ ਕਿ ਰਿਐਕਟੈਂਟ ਸਾਈਡ ਪ੍ਰੋਡਕਟ ਸਾਈਡ 'ਤੇ ਮਾਸ ਸੇਮ ਰਹੇਗਾ। ਬਟ ਇੱਥੇ ਆਪਾਂ ਕੀ ਕਹਿੰਦੇ ਹਾਂ ਕਿ ਮਾਸ ਦੈਟ ਕੈਨ ਬੀ ਕਨਵਰਟਡ ਟੂ ਐਨਰਜੀ। ਠੀਕ ਹੈ, ਸੋ ਇਨ ਅਦਰ ਵਰਡਸ ਵੀ ਕੈਨ ਸੇ ਐਟਮ ਇਜ਼ ਨੋ ਲੋਂਗਰ ਇਨਡਿਸਟਰਕਟੀਬਲ। ਓਕੇ, ਇਨਡਿਸਟਰਕਟੀਬਲ ਨਹੀਂ ਰਿਹਾ। ਇੱਕ ਆਪਾਂ ਆਇਨਸਟਾਈਨ ਦੀ ਇਕੁਏਸ਼ਨ ਕਰਦੇ ਹਾਂ ਬੇਟਾ। ਠੀਕ ਹੈ, E ਇਜ਼ ਇਕੁਅਲ ਟੂ MC ਸਕੇਅਰ। ਅਗਰ C ਨੂੰ ਆਪਾਂ ਕੌਂਸਟੈਂਟ ਕਰ ਦਈਏ, ਓਕੇ, ਇਹਨੂੰ ਕੌਂਸਟੈਂਟ ਕਰ ਦਈਏ ਤਾਂ E ਇਜ਼ ਇਕੁਅਲ ਟੂ M। that mean energy mass they are interconvertible कि mass ਜਿਹੜਾ ਹੈ that can be converted into energy। clear? okay, so these today's topic was Dalton atomic theory, ਉਹਦੀਆਂ ਲਿਮਿਟੇਸ਼ਨਸ, ਅਤੇ ਫਿਰ ਜੋ ਲਿਮਿਟੇਸ਼ਨ ਸੀ ਉਹਨੂੰ ਦੂਰ ਕਰਨ ਦੇ ਲਈ ਜੋ ਅਸੀਂ ਮਾਡਰਨ ਐਟੋਮਿਕ ਥਿਊਰੀ ਆ ਉਹਨੂੰ ਮੈਂ ਤੁਹਾਨੂੰ ਅੱਜ ਐਕਸਪਲੇਨ ਕੀਤਾ ਬੇਟਾ। ਸੋ ਕੋਸ਼ਿਸ਼ ਕਰਨੀ ਆ ਇਹਨਾਂ ਥਿਊਰੀਜ਼ ਨੂੰ ਆਪਾਂ ਆਪਣੇ ਕਾਪੀ 'ਤੇ ਵੀ ਨੋਟ ਕਰਨਾ, ਆਪਣੀ ਫੇਅਰ ਕਾਪੀ 'ਤੇ। ਜਿੱਦਾਂ ਬੇਟਾ ਤੁਹਾਨੂੰ ਅਸਾਈਨਮੈਂਟ ਵੀ ਭੇਜੀ ਸੀ, ਉਹ ਅਸਾਈਨਮੈਂਟਸ ਨੂੰ ਵੀ ਆਪਣੀ ਕਾਪੀ 'ਤੇ ਨੋਟ ਕਰਨਾ। ਅੱਜ ਤੁਹਾਨੂੰ ਇੱਕ ਡੇਲੀ ਡੋਜ਼ ਵਾਲੀ ਵੀ ਇੱਕ ਅਸਾਈਨਮੈਂਟ ਪਾਈ ਹੈ ਬੇਟਾ। ਠੀਕ ਹੈ, ਉਹਨੂੰ ਵੀ ਕੋਸ਼ਿਸ਼ ਕਰਨਾ ਕਿ ਆਪਣੀ ਕਾਪੀ 'ਤੇ ਐਸ ਸੱਚ ਲਿਖ ਲਓ। ਲੌਜ਼ ਉਹੀ ਆ ਜੋ ਤੁਹਾਨੂੰ ਕੱਲ੍ਹ ਨੋਟਸ ਭੇਜੇ ਸੀ। ਓਕੇ, ਬਟ ਜੋ ਤੁਹਾਨੂੰ ਅੱਜ ਡੇਲੀ ਡੋਜ਼ ਵਾਲੀ ਅਸਾਈਨਮੈਂਟ ਆਈ ਆ ਉਹ ਡਿਪਾਰਟਮੈਂਟ ਵੱਲੋਂ ਆਈ ਆ। ਓਕੇ, ਉਹਦੇ ਵਿੱਚ ਵੀ ਤੁਸੀਂ ਐਜ਼ ਸੱਚ ਉਹਨੂੰ ਤੁਸੀਂ ਕਾਪੀ ਕਰ ਸਕਦੇ ਹੋ। ਸੋਲਵਡ ਅਸਾਈਨਮੈਂਟ ਹੈ ਉਹ। ਠੀਕ ਹੈ, ਉਹਨੂੰ ਵੀ ਆਪਣੀ ਕਾਪੀ ਦੇ ਉੱਪਰ ਪ੍ਰੋਪਰ ਵੇ ਨਾਲ ਸੋਲਵ ਕਰਨਾ ਔਰ ਇਸ ਟੌਪਿਕ ਨੂੰ ਇਸ ਵੀਡੀਓ ਨੂੰ ਪ੍ਰੋਪਰ ਦੇਖਣਾ। ਅਗਰ ਕੋਈ ਪ੍ਰੋਬਲਮ ਆਈ ਤਾਂ ਤੁਸੀਂ ਮੇਰੇ ਨਾਲ ਕਦੇ ਵੀ ਡਿਸਕਸ ਕਰ ਸਕਦੇ ਹੋ। ਓਕੇ ਬੇਟਾ, ਥੈਂਕ ਯੂ।